देश दुनिया की हर वड्डी खबर के लिए हुणे डाउनलोड करो नंबर 1 न्यूज़ ऐप दैनिक सवेरा टाइम्स। ਅੰਮ੍ਰਿਤਸਰ ਦੇ ਮਸ਼ਹੂਰ ਅਮਨਦੀਪ ਮੈਡੀਸਿਟੀ ਹਸਪਤਾਲ ਤੇ ਕਰੋਨਾ ਦੇ ਇਲਾਜ ਦੇ ਨਾਂ ਤੇ ਵੱਡੀ ਠੱਗੀ ਮਾਰਨ ਦਾ ਇਲਜ਼ਾਮ ਲਗਾਇਆ ਗਿਆ ਹੈ, ਜਿਸ 'ਚ ਅੰਮ੍ਰਿਤਸਰ ਦੇ ਰਹਿਣ ਵਾਲੇ ਇੱਕ ਵਿਅਕਤੀ ਵੱਲੋਂ ਉਹਨਾਂ ਦੇ ਪਿਤਾ ਨੂੰ ਕਰੋਨਾ ਨਾ ਹੋਣ ਦੇ ਬਾਵਜੂਦ ਐਡਮਿਟ ਕਰਨ ਤੇ ਇਲਾਜ ਦੇ ਨਾਂ ਤੇ ਲੱਖਾਂ ਰੁਪਏ ਠੱਗਣ ਦੇ ਆਰੋਪ ਹਸਪਤਾਲ ਤੇ ਲਗਾਏ ਗਏ ਨੇ। ਡਾਕਟਰ ਨੂੰ ਰੱਬ ਦਾ ਰੂਪ ਮੰਨਿਆ ਜਾਂਦਾ ਹੈ, ਪਰ ਕੁਝ ਲਾਲਚੀ ਡਾਕਟਰਾਂ ਕਰਕੇ ਇਹ ਪੇਸ਼ਾ ਜਿਹੜਾ ਲਗਾਤਾਰ ਬਦਨਾਮ ਹੋ ਰਿਹਾ ਹੈ। ਸਾਡੇ ਨਾਲ ਵਿਕਾਸ ਗੁਪਤਾ ਮੌਜੂਦ ਨੇ, ਉਹਨਾਂ ਦੇ ਫਾਦਰ ਇੱਥੇ ਅਮਨਦੀਪ ਮੈਡੀਸਿਟੀ ਹਸਪੀਟਲ ਵਿੱਚ ਐਡਮਿਟ ਸਨ ਔਰ ਅੱਜ ਹੀ ਕੁਝ ਸਮਾਂ ਪਹਿਲਾਂ ਉਹਨਾਂ ਨੂੰ ਡਿਸਚਾਰਜ ਕੀਤਾ ਗਿਆ, ਪਰ ਕਾਫੀ ਜ਼ਿਆਦਾ ਮੋਟਾ ਬਿੱਲ ਕੋਵਿਡ-19 ਦੀ ਆੜ ਵਿੱਚ ਉਹਨਾਂ ਦਾ ਬਣਾ ਦਿੱਤਾ ਗਿਆ। ਉਹਨਾਂ ਨਾਲ ਹੀ ਗੱਲਬਾਤ ਕਰਾਂਗੇ ਔਰ ਪੁੱਛਾਂਗੇ ਕੀ ਗੱਲ ਹੋਈ ਪੂਰੀ। ਵਿਕਾਸ ਜੀ, ਕੀ ਕਹਿਣਾ ਚਾਹੁੰਦੇ ਹੋ, ਕੀ ਨਾਮ ਹੈ ਫਾਦਰ ਸਾਹਿਬ ਦਾ, ਕਿਦੋਂ ਐਡਮਿਟ ਹੋਏ ਸੀਗੇ? ਮੇਰੇ ਫਾਦਰ ਦਾ ਨਾਮ ਹੈ ਜੀ ਮਿਸਟਰ ਵਿਕਰਮ ਚੋਪੜਾ। ਉਹਨਾਂ ਨੂੰ ਐਡਮਿਟ ਕਰਾਇਆ ਸੀਗਾ ਇੱਥੇ 17 ਜਨਵਰੀ ਨੂੰ। ਐਕਚੁਅਲੀ ਅਸੀਂ ਪਹਿਲਾਂ ਇੱਥੇ 11 ਜਨਵਰੀ ਨੂੰ ਆਏ ਸੀਗੇ ਤੇ 11 ਨੂੰ ਉਹਨਾਂ ਨੂੰ ਜਦੋਂ ਦਿਖਾਇਆ ਸੀਗਾ ਤੇ ਜੋ ਸਿੰਪਟਮ ਸੀਗੇ ਡਾਕਟਰਸ ਨਾਲ ਐਡਵਾਈਸ ਕੀਤਾ ਤਾਂ ਉਹਨਾਂ ਨੇ ਕਿਹਾ ਕਿ ਸਿੰਪਟਮਸ ਜਿਹੜੇ ਨੇ ਕੋਵਿਡ ਲੱਗ ਰਹੇ, ਤੁਸੀਂ ਕੋਵਿਡ ਦਾ ਟੈਸਟ ਕਰਵਾਓ। ਅਸੀਂ ਆਪਣੇ ਤੌਰ ਤੇ ਪ੍ਰਾਈਵੇਟ ਲੈਬ ਡਾਕਟਰ ਲਾਲਪੈਥ ਲੈਬ ਤੋਂ 12 ਜਨਵਰੀ ਨੂੰ ਟੈਸਟ ਕਰਵਾਇਆ ਜੋ ਕਿ ਨੈਗੇਟਿਵ ਆਉਂਦਾ ਹੈ ਤੇ ਉਹਨਾਂ ਨੇ ਸਾਨੂੰ ਕਿਹਾ ਕਿ ਠੀਕ ਆ, ਅਗਰ ਨੈਗੇਟਿਵ ਹੈ ਤੁਸੀਂ 5 ਦਿਨ ਦੀ ਦਵਾਈ ਲੈ ਕੇ ਤੇ ਦੁਬਾਰਾ ਸਾਨੂੰ 17 ਤਰੀਕ ਨੂੰ ਦਿਖਾਓ। ਅਸੀਂ 17 ਤਰੀਕ ਨੂੰ ਦੁਬਾਰਾ ਆਏ ਤਾਂ ਉਹਨਾਂ ਨੇ ਉਸੇ ਵੇਲੇ ਐਡਮਿਟ ਕਰ ਲਿਆ ਔਰ ਐਡਮਿਟ ਕਰਕੇ ਕਿਹਾ ਕਿ ਕੋਵਿਡ ਦੇ ਲੱਛਣ ਹੈਗੇ ਨੇ ਤੇ ਅਸੀਂ ਦੁਬਾਰਾ ਇਹਨਾਂ ਦਾ ਟੈਸਟ ਕਰਾਂਗੇ। ਔਰ ਉਹਨਾਂ ਨੇ ਇਸ ਵਾਰ ਜਿਹੜਾ ਆਪਣਾ ਪ੍ਰਾਈਵੇਟ ਲੈਬ SRL ਰਿੰਬੈਕਸੀ ਤੋਂ ਟੈਸਟ ਕਰਾਇਆ ਔਰ 18 ਤਰੀਕ ਨੂੰ ਘੋਸ਼ਿਤ ਕਰ ਦਿੱਤਾ ਕਿ ਮੇਰੇ ਫਾਦਰ ਸਾਹਿਬ ਜਿਹੜੇ ਨੇ ਉਹ ਟੈਸਟ ਪੋਜ਼ਿਟਿਵ ਹੋਏ ਨੇ ਕੋਵਿਡ ਦੇ ਲਈ, ਜਦ ਕਿ ਸਾਨੂੰ ਉਹਨਾਂ ਦੀ ਸਿਹਤ ਦੇਖ ਕੇ ਪਲੱਸ ਉਹਨਾਂ ਨਾਲ ਗੱਲ ਕਰਕੇ ਲੱਗ ਰਿਹਾ ਸੀਗਾ ਕਿ ਉਹ ਪੋਜ਼ਿਟਿਵ ਨਹੀਂ ਹੈਗੇ, ਕਿਉਂਕਿ ਅਸੀਂ ਉਹਨਾਂ ਦਾ ਲਗਾਤਾਰ ਜਿਹੜਾ SOP ਹੈਗਾ ਉਹ ਚੈੱਕ ਕਰ ਰਹੇ ਸੀ। ਸੈਚੂਰੇਸ਼ਨ ਪੁਆਇੰਟ ਉਹਨਾਂ ਦਾ 94 ਬਰਕਰਾਰ ਸੀਗਾ ਆਕਸੀਮੀਟਰ ਦੇ ਉੱਤੇ। ਤੇ ਅਸੀਂ ਇਸ ਚੀਜ਼ ਨੂੰ ਚੁਣੌਤੀ ਕੀਤੀ ਕਿ ਤੁਸੀਂ ਪੋਜ਼ਿਟਿਵ ਜਿਹੜਾ ਕੀਤਾ ਹੈਗਾ ਉਹ ਪੋਜ਼ਿਟਿਵ ਨਹੀਂ ਨੇ, ਤੁਸੀਂ ਜਾਣਬੁੱਝ ਕੇ ਇਸ ਤਰ੍ਹਾਂ ਕੁਝ ਕਰ ਰਹੇ ਹੋ ਜਾਂ ਕੁਝ ਸਾਨੂੰ ਫਿਸ਼ੀ ਲੱਗਿਆ। ਅਸੀਂ 21 ਜਨਵਰੀ ਨੂੰ ਦੁਬਾਰਾ ਟੈਸਟ ਕਰਾਇਆ ਆਪਣੇ ਪ੍ਰਾਈਵੇਟ ਤੌਰ ਤੇ, ਜੋ ਕਿ ਉਸ ਦੀ ਰਿਪੋਰਟ ਵੀ ਨੈਗੇਟਿਵ ਆਉਂਦੀ ਹੈ। ਔਰ ਉਸ ਤੋਂ ਬਾਅਦ ਕਿਉਂਕਿ ਇਹਨਾਂ ਨੇ ਅਪਡੇਟ ਕੀਤਾ ਸੀਗਾ ਤੇ 22 ਜਨਵਰੀ ਨੂੰ ਪੰਜਾਬ ਗਵਰਨਮੈਂਟ ਵੱਲੋਂ ਵੀ ਟੈਸਟ ਦਾ ਸੈਂਪਲ ਲਿੱਤਾ ਜਾਂਦਾ ਹੈ ਜੋ ਕਿ ਲਾਲਪੈਥ ਲੈਬ 'ਚ ਹੀ ਭੇਜਿਆ ਗਿਆ ਔਰ ਉਹ ਵੀ ਟੈਸਟ ਜਿਹੜਾ ਹੈਗਾ ਨੈਗੇਟਿਵ ਆਉਂਦਾ ਹੈ। ਮੇਰਾ ਇਹ ਮੰਨਣਾ ਹੈਗਾ ਕਿ ਇੱਕ ਪੇਸ਼ੈਂਟ ਪਿਛਲੇ 10 ਦਿਨ ਦੇ ਵਿੱਚ ਉਹਨਾਂ ਦੇ 4 ਵਾਰ ਟੈਸਟ ਹੁੰਦੇ ਨੇ, ਜਿਹਦੇ ਵਿੱਚੋਂ ਕਿ 2 ਅਸੀਂ ਆਪ ਕਰਾਉਂਦੇ ਹਾਂ, ਇੱਕ ਵਾਰੀ ਗਵਰਨਮੈਂਟ ਕਰਾਉਂਦੀ ਹੈਗੀ ਹੈ ਔਰ ਇੱਕ ਵਾਰੀ ਹਸਪੀਟਲ ਕਰਾਉਂਦਾ। ਜੋ ਹਸਪੀਟਲ ਕਰਾਉਂਦਾ ਉਹ ਪੋਜ਼ਿਟਿਵ ਆ ਜਾਂਦਾ ਔਰ ਜੋ ਅਸੀਂ ਕਰਾਉਂਦੇ ਉਹ ਨੈਗੇਟਿਵ ਆਉਂਦਾ। ਜਾਂ ਤੇ ਲੈਬੋਰਟਰੀਜ਼ ਦੇ ਟੈਸਟ ਜਿਹੜੇ ਪੈਰਾਮੀਟਰਸ ਉਹਨਾਂ ਵਿੱਚ ਕਿਤੇ ਖਾਮੀ ਹੈ, ਜਾਂ ਸਾਡੇ ਸਿਸਟਮ ਦੇ ਵਿੱਚ ਕਿਤੇ ਖਾਮੀ ਹੈ, ਜਾਂ ਫਿਰ ਅੱਜ ਕੱਲ੍ਹ ਸਿਸਟਮ ਦੇ ਵਿੱਚ ਜਿਹਨੂੰ ਅਸੀਂ ਡਾਕਟਰਸ ਨੂੰ ਇੱਕ ਰੱਬ ਦਾ ਰੂਪ ਮੰਨਦੇ ਹਾਂ, ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਕੁਝ ਲਾਲਚ, ਕੁਝ ਐਸੀ ਭਾਵਨਾਵਾਂ ਆ ਗਈਆਂ ਨੇ ਜਿਹਦੇ ਕਰਕੇ ਉਹ ਪੇਸ਼ੈਂਟ ਨੂੰ ਪੇਸ਼ੈਂਟ ਦੀ ਤਰ੍ਹਾਂ ਟਰੀਟ ਨਹੀਂ ਕਰਦੇ, ਉਹ ਸਿਰਫ ਇੱਕ ਮੁਰਗਾ ਸਮਝਦੇ ਔਰ ਮੁਰਗੇ ਨੂੰ ਹਲਾਲ ਕਰਨਾ ਸਮਝਦੇ। ਤੇ ਇਸ ਚੀਜ਼ ਨੂੰ ਦੇਖਦੇ ਹੋਏ ਮੇਰੇ ਫਾਦਰ ਇੱਥੇ ਐਡਮਿਟ ਸੀਗੇ, ਅਸੀਂ ਮਜਬੂਰ ਸੀਗੇ। ਅਸੀਂ ਦੇਖਿਆ ਉਸ ਤੋਂ ਬਾਅਦ ਬਿੱਲ ਦੇ ਉੱਤੇ ਵੀ ਜਦੋਂ ਮੈਂ ਆ ਕਰਕੇ ਅੱਜ ਡਿਸਚਾਰਜ ਕਰਵਾਉਣ ਲਈ ਆਇਆ ਸੀ ਉਹਨਾਂ ਨੂੰ, ਤੇ ਅਸੀਂ ਇਹ ਦੇਖਦੇ ਹੈਗੇ ਹਾਂ ਕਿ ਬਿੱਲ ਦੇ ਵਿੱਚ ਵੀ ਬਹੁਤ ਸਾਰੇ ਐਕਸਪੈਂਸਿਸ ਐਸੇ ਨੇ ਜਿਹੜੇ ਕਿ ਆਊਟ ਆਫ ਕੰਟਰੋਲ ਜਾਂ ਬਿਯੋਂਡ ਕੰਟਰੋਲ ਸੀਗੇ। ਟੋਟਲ ਬਿੱਲ ਦੀ ਗੱਲ ਕੀਤੀ ਤੇ ਕਿੰਨਾ ਟੋਟਲ ਬਿੱਲ ਜਿਹੜਾ ਚਾਰਜ ਕੀਤਾ ਗਿਆ? ਟੋਟਲ ਬਿੱਲ ਜਿਹੜਾ ਮੈਨੂੰ ਚਾਰਜ ਹੋਇਆ ਜੀ 2,46,000 ਹੋਇਆ ਸੀ। ਕੁਝ ਕਰੈਕਸ਼ਨ ਸੀਗੀਆਂ, ਕੁਝ ਇਹਨਾਂ ਨੇ ਇੱਕ ਇੰਜੈਕਸ਼ਨ ਦੀ ਕੀਮਤ 169 ਰੁਪਏ ਸੀਗੀ, ਜਦ ਕਿ ਉਹ 1669 ਜਿਹੜਾ ਐਡ ਕੀਤਾ ਹੋਇਆ ਸੀਗਾ। ਬਾਅਦ 'ਚੋਂ ਇਹਨਾਂ ਨੇ ਇਹ ਜਵਾਬ ਦੇ ਕੇ ਸਾਰ ਦਿੱਤਾ ਕਿ ਇਹ ਤੇ ਟੈਕਨੀਕਲ ਐਰਰ ਜਾਂ ਟਾਈਪ ਐਰਰ ਹੋ ਜਾਂਦੀ ਹੈ। ਫਿਰ ਵੀ ਉਸ ਤੋਂ ਬਾਅਦ ਵੀ ਅਗਰ ਮੈਂ ਬਿੱਲ ਨੂੰ ਦੇਖਾਂ ਤਾਂ ਤੁਸੀਂ ਅਗਰ ਦੇਖੋਗੇ ਤਾਂ ਇੱਕ ਦਿਨ ਦੇ ਵਿੱਚ ਇਹ ਮੈਂ ਤੁਹਾਨੂੰ ਜ਼ਰੂਰ ਦਿਖਾਉਣਾ ਚਾਹੂੰਗਾ ਕਿ ਇੱਕ ਪਰਟੀਕੂਲਰ ਡੇ ਦੇ ਵਿੱਚ ਮੈਂ ਹਾਈਲਾਈਟ ਕੀਤਾ ਹੈਗਾ 28 ਜਨਵਰੀ ਨੂੰ। ਅਗਰ ਤੁਸੀਂ ਕੈਮਰੇ ਨੂੰ ਇਸ ਤਰਫ ਕਰਕੇ ਦਿਖਾਓਗੇ ਤੇ ਇੱਕ ਪਰਟੀਕੂਲਰ ਦਿਨ ਦੇ ਵਿੱਚ 28 ਜਨਵਰੀ ਨੂੰ ਹੀ ਹਸਪੀਟਲ ਪ੍ਰਸ਼ਾਸਨ ਜਿਹੜਾ ਹੈਗਾ ਇੱਕ ਪੇਸ਼ੈਂਟ ਨੂੰ 32 ਇੰਜੈਕਸ਼ਨ ਦਿੰਦਾ ਹੈ। ਇੱਕ ਦਿਨ ਦੇ ਵਿੱਚ 32 ਇੰਜੈਕਸ਼ਨ ਹੈ ਕਾਹਦੇ ਨੇ? ਜਦੋਂ ਮੈਂ ਡਾਕਟਰਸ ਨੂੰ ਪੁੱਛਿਆ ਕਿ ਤੁਸੀਂ ਕਿਸ ਤਰੀਕੇ ਦੇ ਇੰਜੈਕਸ਼ਨ ਦਿੱਤੇ ਨੇ, ਔਰ ਮੈਨੂੰ ਇਹ ਕਹਿ ਕੇ ਟਾਲ ਦਿੱਤਾ ਗਿਆ ਕਿ ਇਹ ਗਵਰਨਮੈਂਟ ਦਾ ਪ੍ਰੋਟੋਕੋਲ ਹੈ ਔਰ ਉਹਨਾਂ ਵੱਲੋਂ ਨਿਰਧਾਰਿਤ ਕੁਝ ਗਾਈਡਲਾਈਨਸ ਦੇ ਮੁਤਾਬਿਕ ਅਸੀਂ 32 ਟੈਸਟ ਜਿਹੜੇ ਨੇ ਇੰਜੈਕਸ਼ਨਸ ਦਿੱਤੇ ਨੇ ਇੱਕ ਦਿਨ ਦੇ ਅੰਦਰ। ਔਰ ਇਹਦੇ ਵਿੱਚ ਅਗਰ ਅਸੀਂ ਦੇਖਾਂਗੇ ਸਰ ਤੇ ਇੱਕ ਟੈਸਟ ਜਿਹੜਾ ਇੰਜੈਕਸ਼ਨ ਹੈਗਾ ਉਹਦੇ ਵਿੱਚ ਉਹਦਾ ਨਾਮ ਮੈਂ ਇੱਥੇ ਤੁਹਾਨੂੰ ਪ੍ਰਦਰਸ਼ਿਤ ਕਰ ਦਿੰਦਾ ਹੈਗਾ, ਐਸਕੋਰ ASCOR। ਐਸਕੋਰ ਨਾਮ ਦਾ ਜਿਹੜਾ ਇੰਜੈਕਸ਼ਨ ਹੈ ਡਾਕਟਰ ਦੇ ਮੁਤਾਬਿਕ ਦਿਸ ਇਜ਼ ਵਿਟਾਮਿਨ C ਇੰਜੈਕਸ਼ਨ, ਔਰ ਉਹ ਇੱਕ ਦਿਨ ਦੇ ਅੰਦਰ 6 ਇੰਜੈਕਸ਼ਨ ਵਿਟਾਮਿਨ C ਦੇ ਦਿੱਤੇ ਜਾਂਦੇ ਨੇ। 6 ਇੰਜੈਕਸ਼ਨ ਇੱਕ ਦਿਨ 'ਚ ਵਿਟਾਮਿਨ C ਦੇ, ਔਰ ਇੱਕ ਇੰਜੈਕਸ਼ਨ ਦੀ ਕਾਸਟ ਇਜ਼ 450 ਰੁਪੀਜ਼। ਠੀਕ ਹੈ, ਜਦੋਂ ਇਸ ਚੀਜ਼ ਨੂੰ ਮੈਂ ਪੁੱਛਿਆ ਕਿ ਠੀਕ ਹੈ, ਕਹਿੰਦੇ ਜੀ ਇਹ ਸਾਡਾ ਪ੍ਰੋਟੋਕੋਲ ਹੈ ਔਰ ਅਸੀਂ ਮਰੀਜ਼ ਦੀ ਹਾਲਤ ਨੂੰ ਦੇਖਦੇ ਹੋਏ ਮੱਦੇਨਜ਼ਰ ਰੱਖਦੇ ਹੋਏ
ਹੁਣ ਬੀਇੰਗ ਅ ਫਾਦਰ ਕਿ ਮੇਰੇ ਉਹਨਾਂ ਦਾ ਕੰਸਰਨ ਵੀ ਰਹੇਗਾ, ਪਰ ਮੈਂ ਮਾਰਕੀਟ 'ਚ ਜਦੋਂ ਇਸ ਇੰਜੈਕਸ਼ਨ ਦਾ ਰੇਟ ਪਤਾ ਕਰਦਾ ਤੇ ਉਹ ਮਾਤਰ 100 ਰੁਪਏ 'ਚ ਮਿਲਦਾ, ਜੋ ਕਿ ਇੱਥੇ 450 ਰੁਪਏ ਚਾਰਜ ਹੋ ਰਿਹਾ ਇੱਕ ਇੰਜੈਕਸ਼ਨ। ਕਾਸਟ ਹਾਈ, ਚਾਰजेस ਹਾਈ, ਔਰ ਮੇਨ ਜਿਹੜੀ ਚੀਜ਼ ਹੈਗੀ ਹੈ ਦੈਟ ਇਜ਼ ਕਿ ਤੁਸੀਂ ਪਰੇਸ਼ਾਨ ਕਰ ਰਹੇ ਹੋ ਉਸ ਪੇਸ਼ੈਂਟ ਨੂੰ ਜਿਹਦੀ ਕਿਉਰ ਕਿਸੇ ਹੋਰ ਤਰੀਕੇ ਨਾਲ ਅਸੀਂ ਕਰਨੀ ਹੈ। ਉਹਨਾਂ ਨੂੰ ਕੋਵਿਡ ਨਹੀਂ ਹੈ, ਲੇਕਿਨ ਆਪਾਂ ਨੂੰ ਕੋਵਿਡ ਬਣਾ ਕਰਕੇ ਆਪਣੇ ਬਿੱਲ ਬਣਾਏ ਜਾ ਰਹੇ ਨੇ ਔਰ ਉਹਦੇ ਵਿੱਚ ਸਾਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ। ਸਰ ਇਹ ਦੱਸੋ ਕਿੰਨੇ ਦਿਨ ਫਾਦਰ ਸਾਹਿਬ ਐਡਮਿਟ ਰਹੇ ਨੇ, ਔਰ ਇਹ ਜਿਹੜੇ ਤੁਸੀਂ ਇੰਜੈਕਸ਼ਨ ਦੀ ਗੱਲ ਕਰ ਰਹੇ ਹੋ ਵਿਟਾਮਿਨ ਸੀ ਦੀ, ਕਿੰਨੇ ਟੋਟਲ ਇੰਜੈਕਸ਼ਨ ਉਹਨਾਂ ਨੂੰ ਇੰਜੈਕਟ ਕੀਤੇ ਗਏ ਨੇ? ਅਗਰ ਮੈਂ ਇਹਦੀ ਗਿਣਤੀ ਕਰਾਂ ਇੱਥੇ 10 ਦਿਨ ਰਹੇ ਨੇ ਔਰ ਔਨ ਐਨ ਐਵਰੇਜ 20 ਇੰਜੈਕਸ਼ਨ ਹਰ ਰੋਜ਼ ਦਿੱਤੇ ਗਏ ਨੇ ਔਰ 10 ਦਿਨਾਂ 'ਚ ਮੈਂ ਮੰਨ ਕੇ ਚੱਲਣਾ, ਮੈਂ ਗਿਣਿਆ ਨਹੀਂ ਹੈਗਾ, ਅਗਰ ਕਾਊਂਟ ਕਰਾਂਗੇ ਤਾਂ ਘੱਟੋ ਘੱਟ 200 ਇੰਜੈਕਸ਼ਨ ਉਹਨਾਂ ਨੂੰ ਦੇ ਦਿੱਤਾ ਗਿਆ। ਸਿਰਫ ਬਿੱਲ ਵਧਾਉਣ ਵਾਸਤੇ ਤੁਸੀਂ ਸਮਝਦੇ ਹੋ ਵੀ ਇੰਜੈਕਸ਼ਨ ਜਿਹੜੇ ਮੇਰੇ ਮੁਤਾਬਿਕ ਇਹੀ ਹੈ, ਕਿਉਂਕਿ ਕੋਵਿਡ ਦੀ ਅੱਜ ਤੱਕ ਸਰਕਾਰ ਵੱਲੋਂ ਵੀ ਕੋਈ ਵੀ ਦਵਾਈ ਨਹੀਂ ਦਿੱਤੀ ਗਈ ਕਿਊਰੇਟਿਵ। ਹੁਣ ਜੋ ਵੈਕਸੀਨੇਸ਼ਨ ਹੋ ਰਹੀ ਹੈ ਦੈਟ ਇਜ਼ ਪ੍ਰੀਵੈਂਟਿਵ, ਆਪਾਂ ਰੋਕ ਸਕਦੇ ਹਾਂ ਹੋਣ ਤੋਂ, ਪਰ ਅਗਰ ਕਿਸੇ ਨੂੰ ਹੈ ਤਾਂ ਉਹਨੂੰ ਕਿਉਰ ਕਰਨ ਲਈ ਕੋਈ ਵੈਕਸੀਨੇਸ਼ਨ ਹਜੇ ਤੱਕ ਨਹੀਂ ਆਈ। ਅਗਰ ਕਿਉਰ ਨਹੀਂ ਹੋ ਸਕਦਾ ਤੇ ਅਸੀਂ ਕਿਸ ਤਰੀਕੇ ਦੇ ਇੰਜੈਕਸ਼ਨ ਲਗਾ ਰਹੇ, ਜਿਹੜੇ ਕਿ ਇੱਕ ਦਿਨ 'ਚ 8 ਡਿਫਰੈਂਟ ਤਰ੍ਹਾਂ ਦੇ ਇੰਜੈਕਸ਼ਨ ਲੱਗ ਰਹੇ ਨੇ ਔਰ ਟੋਟਲ 32 ਇੰਜੈਕਸ਼ਨ ਇੱਕ ਦਿਨ 'ਚ ਲੱਗ ਜਾਂਦੇ ਨੇ, ਵਿਚ ਇਜ਼ ਬਿਯੋਂਡ ਅੰਡਰਸਟੈਂਡਿੰਗ ਲੈਵਲ। ਉਹ ਚੀਜ਼ਾਂ ਨੂੰ ਸਮਝਦੇ ਹੋਏ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਬੜੀਆਂ ਹੀ ਫਿਸ਼ੀ ਨਜ਼ਰ ਆ ਰਹੀਆਂ ਨੇ। ਇਸ ਕਰਕੇ ਮੈਂ ਆਪਣੇ ਆਪ ਨੂੰ ਤੁਹਾਡੇ ਸਾਹਮਣੇ ਰੂਬਰੂ ਕਰ ਰਿਹਾ ਤਾਂ ਕਿ ਮੈਂ ਤੇ ਅੱਜ ਜਿਹੜਾ ਹੈਗਾ ਇਸ ਜਗ੍ਹਾ ਪਰੇਸ਼ਾਨ ਹੋ ਰਿਹਾ, ਮੇਰੇ ਪੇਰੈਂਟਸ ਪਰੇਸ਼ਾਨ ਹੋਏ, ਉਹਨਾਂ ਨੂੰ ਹਸਪੀਟਲ 'ਚ 12 ਰਾਤਾਂ ਗੁਜ਼ਾਰਨੀਆਂ ਪਈਆਂ, ਜੋ ਕਿ ਉਹਨਾਂ ਨੂੰ ਹੋ ਸਕਦਾ ਸੀ ਅਸੀਂ ਘਰ 'ਚ ਟਰੀਟ ਕਰਕੇ ਜਾਂ ਕਿਸੇ ਹੋਰ ਜਗ੍ਹਾ ਬਿਹਤਰ ਤਰੀਕੇ ਨਾਲ ਵੀ ਟਰੀਟਮੈਂਟ ਦੇ ਕੇ ਉਹਨਾਂ ਨੂੰ ਠੀਕ ਕਰ ਸਕਦੇ ਸੀਗੇ। ਮੈਂ ਚਾਹੁੰਦਾ ਕਿ ਕੋਈ ਹੋਰ ਮੇਰੇ ਵਰਗਾ ਪਰੇਸ਼ਾਨ ਨਾ ਹੋਵੇ, ਔਰ ਅਗਰ ਐਸੀਆਂ ਚੀਜ਼ਾਂ ਲਗਾਤਾਰ ਹੋ ਰਹੀਆਂ ਨੇ ਤੇ ਇਹਨਾਂ ਚੀਜ਼ਾਂ ਨੂੰ ਰੋਕਿਆ ਜਾਏ, ਕਿਤੇ ਨਾ ਕਿਤੇ ਸੁਸਾਇਟੀ ਦੇ ਵਿੱਚ ਅਸੀਂ ਇਸ ਨੂੰ ਅੱਗੇ ਲਿਆ ਸਕੀਏ। ਨਹੀਂ, ਕਿਆ ਇਸ ਇਲਾਜ ਦੇ ਦੌਰਾਨ ਵੈਂਟੀਲੇਟਰ ਤੇ ਰੱਖਿਆ ਗਿਆ ਸੀ ਫਾਦਰ ਸਾਹਿਬ ਤੁਹਾਡੇ? ਵੈਂਟੀਲੇਟਰ ਤੇ ਨਹੀਂ ਰੱਖਿਆ ਗਿਆ, ਪਰ ਸਾਨੂੰ ਟਾਈਮ ਟੂ ਟਾਈਮ ਇਹ ਦੱਸਿਆ ਗਿਆ ਕਿ ਉਹਨਾਂ ਦੀ ਆਕਸੀਜਨ ਲੈਵਲ ਘਟ ਰਿਹਾ ਹੈਗਾ। ਕਦੀ ਸਾਨੂੰ ਦੱਸਿਆ ਗਿਆ ਕਿ ਉਹਨਾਂ ਦੀ ਆਕਸੀਜਨ ਲੈਵਲ 2 ਕਿਲੋ ਤੇ ਹੈ, ਕਦੀ 4 ਕਿਲੋ ਤੇ, ਕਦੀ 8 ਕਿਲੋ ਤੇ, ਕਦੀ 15 ਕਿਲੋ ਤੇ ਵੀ ਹੈ। ਪਰ ਜਦੋਂ ਮੈਂ ਉਹਨਾਂ ਨੂੰ ਇਹ ਚੀਜ਼ ਕਿਹਾ ਕਿ ਮੇਰੀ ਰਿਪੋਰਟ ਨੈਗੇਟਿਵ ਆ ਰਹੀ ਹੈ, ਤੁਸੀਂ ਕਹਿ ਰਹੇ ਹੋ ਉਹਨਾਂ ਦਾ ਆਕਸੀਜਨ ਲੈਵਲ ਵੱਧ ਰਿਹਾ, ਵੈਰੀ ਨੈਕਸਟ ਡੇ ਹਾਂਜੀ ਠੀਕ ਹੋ ਗਏ ਜੀ, ਰਿਪੋਰਟਸ ਠੀਕ ਆ ਗਈਆਂ ਜੀ, ਅਸੀਂ 15 ਕਿਲੋ ਤੋਂ ਫਿਰ 2 ਕਿਲੋ ਤੇ ਲੈ ਆਂਦਾ। ਮਤਲਬ ਉਹਨਾਂ ਦੀ ਜਿਹੜਾ ਡਾਕਟਰਸ ਦਾ ਰਵੱਈਆ ਸੀ ਜਾਂ ਉਹਨਾਂ ਦਾ ਰਿਸਪੌਂਸ ਸੀਗਾ ਉਹਨਾਂ ਦੀ ਸਿਹਤ ਨੂੰ ਲੈ ਕਰਕੇ, ਉਹ ਉਸ ਰਿਪੋਰਟਸ ਦੇ ਆਲੇ ਦੁਆਲੇ ਹੀ ਘੁੰਮ ਰਿਹਾ ਸੀਗਾ। ਜਦੋਂ ਪੋਜ਼ਿਟਿਵ ਸ਼ੋ ਕੀਤਾ ਉਦੋਂ ਉਹਨਾਂ ਦੀ ਆਕਸੀਜਨ ਲੈਵਲ ਇੱਕਦਮ ਵੱਧ ਰਹੀ ਸੀਗੀ, ਜਦੋਂ ਨੈਗੇਟਿਵ ਰਿਪੋਰਟ ਅਸੀਂ ਉਹਨਾਂ ਨੂੰ ਸ਼ੋ ਕੀਤੀ ਕਿ ਇਹ ਰਿਪੋਰਟ ਤੇ ਨੈਗੇਟਿਵ ਆ ਰਹੀ ਹੈ ਤੇ ਉਦੋਂ ਆਕਸੀਜਨ ਲੈਵਲ ਘਟ ਜਾਂਦਾ ਹੈ। ਤੇ ਅੱਜ ਵੀ ਜਦੋਂ ਮੈਂ ਉਹਨਾਂ ਨਾਲ ਗੱਲ ਕਰ ਰਿਹਾ ਸੀਗਾ ਕਿ ਤੁਸੀਂ ਇਹ ਚੀਜ਼ ਕੀਤੀ, ਤਾਂ ਉਹ ਕਹਿੰਦੇ ਕਿ ਤੁਹਾਡੇ ਕੋਲ ਜਦੋਂ ਨੈਗੇਟਿਵ ਆ ਗਿਆ ਤੁਸੀਂ ਉਸ ਦਿਨ ਲੈ ਜਾਂਦੇ ਸੀ। ਐਜ਼ ਅ ਸਨ ਆਫ ਅ ਫਾਦਰ ਜਿਨ੍ਹਾਂ ਦੀ ਏਜ ਇਸ ਵੇਲੇ 69 ਜਾਂ 70 ਹੈਗੀ ਹੈ, ਤੇ ਮੈਂ ਉਹਨਾਂ ਨੂੰ ਉਹਨਾਂ ਦੀ ਕਿਉਰ ਕਰਨ ਦੇ ਲਈ ਕੰਸਰਨਡ ਆਲਵੇਜ਼ ਰਵਾਂਗਾ। ਕੰਸਰਨ ਇਹ ਸੀਗਾ ਕਿ ਉਹਨਾਂ ਨੂੰ ਅਗਰ ਫੀਵਰ ਹੋ ਰਿਹਾ ਸੀਗਾ ਜਾਂ ਖਾਂਸੀ ਸੀਗੀ, ਦੈਟ ਕੁਡ ਬੀ ਕਿਉਰਡ ਵਿਦ ਕਿ ਉਹ ਨੋਰਮਲ ਵੀ ਹੋ ਸਕਦਾ ਸੀਗਾ, ਉਹ ਕੋਈ ਹੋਰ ਇਨਫੈਕਸ਼ਨ ਵੀ ਹੋ ਸਕਦੀ ਸੀ, ਪਰ ਉਹਨੂੰ ਕੋਵਿਡ ਵਾਲੇ ਪਾਸੇ ਲਿਜਾਇਆ ਗਿਆ ਔਰ ਜਾਣਬੁੱਝ ਕੇ ਕੋਵਿਡ ਡਿਕਲੇਅਰ ਕੀਤਾ ਗਿਆ। ਦਿਸ ਇਜ਼ ਵਾਟ ਤੁਸੀਂ ਸਮਝੋ ਵੀ ਕਿਤੇ ਨਾ ਕਿਤੇ ਹਸਪੀਟਲ ਦੀ ਔਰ ਲੈਬ ਦੀ ਵੀ ਕੋਈ ਮਿਲੀ ਭੁਗਤ ਹੋ ਸਕਦੀ ਹੈ? ਬਿਲਕੁਲ ਹੋ ਸਕਦੀ ਹੈ ਜੀ, ਕਿਉਂਕਿ ਇੱਕ ਲਾਲਪੈਥ ਲੈਬ ਜਿਹੜੀ ਹੈਗੀ ਹੈ ਉਹਨੂੰ ਗਵਰਨਮੈਂਟ ਨੇ ਰਿਕਗਨਾਈਜ਼ ਕੀਤਾ ਹੈ। ਜਿਹੜੇ ਗਵਰਨਮੈਂਟ ਸੈਂਪਲਸ ਆਪਣੇ ਲੈਂਦੇ ਨੇ ਉਹ ਲਾਲਪੈਥ ਲੈਬਸ ਵਿੱਚ ਭੇਜਦੇ ਨੇ। ਅਸੀਂ ਲਾਲਪੈਥ ਲੈਬ ਕੋਲੋਂ ਟੈਸਟ ਕਰਵਾਇਆ, ਉਹ ਟੈਸਟ 3 ਵਾਰੀ ਡਿਫਰੈਂਟ ਡੇਟਸ ਨੂੰ ਡਿਫਰੈਂਟ ਟਾਈਮ ਦੇ ਉੱਤੇ ਸੈਂਪਲਸ ਲੈ ਕਰਕੇ ਟੈਸਟ ਕਰਦੀ ਹੈ ਔਰ 3 ਵਾਰੀ ਉਹ ਨੈਗੇਟਿਵ ਡਿਕਲੇਅਰ ਕਰਦੀ ਹੈ। ਔਰ ਰਨਬੈਕਸੀ ਲੈਬ ਡਾਕਟਰਸ ਕਰਦੇ ਨੇ ਕਿ ਅਸੀਂ ਰਨਬੈਕਸੀ ਤੋਂ ਕਰਾਵਾਂਗੇ ਔਰ ਰਨਬੈਕਸੀ ਲੈਬ ਜਿਹੜੀ ਹੈ ਉਹ ਉਹਨੂੰ ਪੋਜ਼ਿਟਿਵ ਡਿਕਲੇਅਰ ਕਰ ਦਿੰਦੀ ਹੈ। ਸੇਮ ਪੇਸ਼ੈਂਟ, ਸੇਮ ਸਵੈਬ, ਸੇਮ ਜਗ੍ਹਾ ਤੋਂ ਲਿੱਤਾ ਜਾ ਰਿਹਾ ਹੈ, ਟਵਾਈਸ ਲਿੱਤਾ ਜਾ ਰਿਹਾ ਹੈ, 3 ਵਾਰੀ ਲਿੱਤਾ ਗਿਆ, ਚੌਥੀ ਵਾਰੀ ਵੀ ਲਿੱਤਾ ਗਿਆ, ਲੇਕਿਨ 3 ਵਾਰੀ ਨੈਗੇਟਿਵ ਔਰ 1 ਵਾਰੀ ਪੋਜ਼ਿਟਿਵ ਕਿਉਂ? ਔਰ ਜਿਹੜਾ ਹਸਪੀਟਲ ਕਰ ਰਿਹਾ ਉਹੀ ਪੋਜ਼ਿਟਿਵ ਕਿਉਂ? ਮੈਂ ਮੰਨ ਕੇ ਚੱਲਦਾ ਕਿ ਅਗਰ ਮੰਨ ਲਓ ਮੈਂ ਕਰਵਾਇਆ ਔਰ ਪੋਜ਼ਿਟਿਵ ਆ ਜਾਂਦਾ, ਅਗਰ ਇਨਫੈਕਸ਼ਨ 17 ਤਰੀਕ ਨੂੰ ਸੀਗੀ ਤੇ ਗਵਰਨਮੈਂਟ ਦੀ ਗਾਈਡਲਾਈਨਸ ਦੇ ਮੁਤਾਬਿਕ 4 ਦਿਨ 'ਚ ਇਨਫੈਕਸ਼ਨ ਦੂਰ ਨਹੀਂ ਹੋ ਜਾਂਦੀ, ਉਹਦੇ ਲਈ 14 ਤੋਂ 17 ਦਿਨ ਲਈ ਜਿਹੜਾ ਹੈਗਾ ਕੁਆਰੰਟਾਈਨ ਕਰਨਾ ਰਹਿੰਦਾ ਹੈ। ਅਗਰ 14 ਤੋਂ 17 ਦਿਨ ਲਈ ਕੁਆਰੰਟਾਈਨ ਕਰਨਾ ਤੇ ਇਨਫੈਕਸ਼ਨ ਵੀ ਜਿਹੜੀ ਉਹ ਉਹਨੇ ਦਿਨ ਰਹਿੰਦੀ ਹੈ। ਅਗਰ 17 ਤਰੀਕ ਨੂੰ ਉਹ ਪੋਜ਼ਿਟਿਵ ਨੇ ਤੇ 21 ਤਰੀਕ ਨੂੰ ਨੈਗੇਟਿਵ ਕਿਸ ਤਰ੍ਹਾਂ ਹੋ ਜਾਂਦੇ ਨੇ 4 ਦਿਨ 'ਚ? ਔਰ 12 ਤਰੀਕ ਨੂੰ ਨੈਗੇਟਿਵ ਨੇ, 17 ਨੂੰ ਪੋਜ਼ਿਟਿਵ ਹੈ, 21 ਔਰ 22 ਨੂੰ ਫਿਰ ਨੈਗੇਟਿਵ ਹੈ। 10 ਦਿਨ 'ਚ 4 ਰਿਪੋਰਟਾਂ, 1 ਪੋਜ਼ਿਟਿਵ 3 ਨੈਗੇਟਿਵ। ਇਸ ਸਵਾਲ ਦਾ ਆਨਸਰ ਕੋਈ ਨਹੀਂ ਦੇ ਪਾਇਆ। ਤੁਸੀਂ ਹਸਪੀਟਲ ਪ੍ਰਸ਼ਾਸਨ ਨਾਲ ਗੱਲ ਕੀਤੀ ਇਸ ਬਾਰੇ? ਮੈਂ ਉਹਨਾਂ ਨੂੰ ਪੁੱਛਿਆ ਸੀਗਾ, ਲੇਕਿਨ ਕੋਈ ਵੀ ਇਸ ਚੀਜ਼ ਉੱਤੇ ਜਵਾਬ ਨਹੀਂ ਦੇ ਪਾਇਆ। ਵਾਟ ਦੇ ਵਰ ਸੇਇੰਗ ਕਿ ਜਿਹੜੀ ਰਿਪੋਰਟਸ ਆਉਂਦੀਆਂ ਨੇ ਉਹ 70% ਕਰੈਕਟ ਹੋ ਸਕਦੀਆਂ ਨੇ, 30% ਉਹਦੇ 'ਚ ਗਲਤੀ ਹੋ ਸਕਦੀ ਹੈ। ਪਰ ਉਹ ਗਲਤੀ ਕਿੱਥੇ ਹੋਈ ਹੈ? ਕਿਆ ਇੱਕ ਲੈਬ 3 ਵਾਰੀ ਨੈਗੇਟਿਵ ਸ਼ੋਅ ਕਰਕੇ ਗਲਤ ਹੈ ਜਾਂ ਇੱਕ ਲੈਬ 1 ਵਾਰੀ ਪੋਜ਼ਿਟਿਵ ਸ਼ੋਅ ਕਰਕੇ ਗਲਤ ਹੈ? ਉਹਦਾ ਜਵਾਬ ਉਹ ਨਹੀਂ ਦੇ ਪਾਏ। ਹੁਣ ਤੁਸੀਂ ਕੀ ਕਰਨ ਜਾ ਰਹੇ ਹੋ? ਕੁਝ ਤੁਹਾਡੀ ਡਿਮਾਂਡਸ ਕੀ ਨੇ ਹੁਣ? ਮੇਰੀ ਡਿਮਾਂਡਸ ਉਹਨਾਂ ਕੋਲ ਇਹੀ ਹੈ ਕਿ ਤੁਸੀਂ ਜੋ ਕੀਤਾ ਹੈ ਗਲਤ ਕੀਤਾ ਹੈ। ਜੋ ਤੁਸੀਂ ਇਹ ਗਲਤ ਕੀਤਾ ਹੈਗਾ ਇਹਨੂੰ ਤੁਸੀਂ ਕਰੈਕਟ ਕਰੋ। ਜਿਹੜੀ ਤੁਸੀਂ ਸਾਨੂੰ 2.5 ਲੱਖ ਰੁਪਏ ਦਾ ਬਿੱਲ ਬਣਾ ਕੇ ਦਿੱਤਾ ਹੈ, ਤੁਸੀਂ ਇਸ ਬਿੱਲ ਨੂੰ
ਜਿਹੜਾ ਹੈਗਾ ਇਸ ਤਰੀਕੇ ਨਾਲ ਮੈਨੇਜ ਕਰੋ ਕਿ ਸਾਨੂੰ ਉਸ ਚੀਜ਼ ਦੀ ਮਾਰ ਨਾ ਲੱਗੇ, ਔਰ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਹੋਰ ਦੇ ਨਾਲ ਵੀ ਇਹ ਚੀਜ਼ਾਂ ਨਾ ਹੋਣ, ਤਾਂ ਕਿ ਕੋਈ ਇਲਾਜ ਪੱਖੋਂ ਔਰ ਇਹਨਾਂ ਦੇ ਬਿੱਲ ਤੋਂ ਹੀ ਇਲਾਜ ਨਾ ਕਰਵਾ ਪਾਉਣ ਵਾਲੀ ਸਿਚੁਏਸ਼ਨ 'ਚ ਨਾ ਆਏ। ਇਹ ਮੇਰੀ ਰਿਕੁਐਸਟ ਹੈਗੀ ਹੈ ਜਾਂ ਡਿਮਾਂਡ ਹੈਗੀ। ਸਮਝਦੇ ਹੋ ਕੋਵਿਡ-19 ਦੇ ਆੜ ਵਿੱਚ ਅੱਜ ਵੀ ਹਸਪੀਟਲ ਜਿਹੜੇ ਨੇ ਸ਼ੋਸ਼ਣ ਕਰ ਰਹੇ ਨੇ, ਮਰੀਜ਼ਾਂ ਦਾ ਪੈਸਿਆਂ ਦਾ ਸ਼ੋਸ਼ਣ ਕਰ ਰਹੇ ਨੇ? ਅਸੀਂ ਬਹੁਤ ਐਗਜ਼ਾਮਪਲਸ ਐਸੀਆਂ ਦੇਖੀਆਂ, ਸੁਣੀਆਂ, ਟੀਵੀ ਵਿੱਚ ਵੀ ਆਈਆਂ, ਹਰ ਜਗ੍ਹਾ ਤੋਂ ਆਈਆਂ, ਲੋਕੇਸ਼ਨਸ ਡਿਫਰੈਂਟ ਸੀਗੀਆਂ, ਔਰ ਮੈਨੂੰ ਇਹ ਲੱਗਦਾ ਕਿ ਅੱਜ ਵੀ ਕੋਵਿਡ ਦੇ ਨਾਮ ਤੇ ਸ਼ੋਸ਼ਣ ਹੋ ਰਿਹਾ ਹੈ, ਔਰ ਇਹ ਇੱਕ ਤਰ੍ਹਾਂ ਦਾ ਬਿਜ਼ਨਸ ਬਣ ਚੁੱਕਿਆ। ਔਰ ਇਸ ਬਿਜ਼ਨਸ ਦੇ ਵਿੱਚ ਨਾਟ ਓਨਲੀ ਲੈਬਸ, ਨਾਟ ਓਨਲੀ ਡਾਕਟਰਸ, ਹਸਪੀਟਲਸ, ਐਵਰੀਥਿੰਗ ਐਂਡ ਐਵਰੀਬਡੀ ਇਜ਼ ਇਨਵੋਲਵਡ। ਮੈਂ ਕਿਸੇ ਨੂੰ ਨਾਮ ਨਹੀਂ ਲੈਣਾ ਚਾਹੂੰਗਾ ਬਿਨਾਂ ਕਿਸੇ ਉਹਦੇ ਪ੍ਰੂਫ ਤੋਂ, ਬਟ ਅਗਰ ਮੈਂ ਰਣਬੈਕਸੀ ਲੈਬ ਨੂੰ ਦੇਖਾਂ ਤੇ ਲੈਬ ਔਰ ਹਸਪੀਟਲ ਜਾਂ ਲੈਬ ਔਰ ਡਾਕਟਰਸ ਦੀ ਕਿਤੇ ਨਾ ਕਿਤੇ ਮਿਲੀ ਭਗਤ ਤੇ ਸਾਫ਼ ਨਜ਼ਰ ਆਉਂਦੀ ਹੈ। ਬਿਲਕੁਲ ਜੀ, ਵੱਡਾ ਆਰੋਪ ਹੈ ਰਣਬੈਕਸੀ ਲੈਬ ਅਤੇ ਅਮਨਦੀਪ ਹਸਪੀਟਲ ਵਿੱਚ ਕਿਤੇ ਨਾ ਕਿਤੇ ਮਿਲੀ ਭੁਗਤ ਹੋ ਸਕਦੀ ਹੈ, ਕਿਉਂਕਿ ਤੁਹਾਨੂੰ ਦੱਸ ਦਈਏ ਬੀਤੇ ਦਿਨਾਂ ਦੀ ਗੱਲ ਕੀਤੀ ਜਾਵੇ ਤਾਂ ਇੱਕ ਪਹਿਲਾ ਮਾਮਲਾ ਵੀ ਨਹੀਂ, ਇਹ ਪੋਜ਼ਿਟਿਵ ਔਰ ਨੈਗੇਟਿਵ ਦਾ ਪਹਿਲਾਂ ਵੀ ਮਾਮਲਾ ਜਿਹੜਾ ਉਹ ਆ ਚੁੱਕਿਆ ਹੈ, ਔਰ ਉਸ ਵਿੱਚ ਇੱਕ ਲੈਬ ਤੇ ਇੱਕ ਹਸਪੀਟਲ ਦੀ ਮਿਲੀ ਭੁਗਤ ਜਿਹੜੀ ਸਾਹਮਣੇ ਆਈ ਸੀ, ਤਾਂ ਮਾਮਲਾ ਕਾਫੀ ਚਰਚਾ ਦਾ ਵਿਸ਼ੇ ਬਣਿਆ ਸੀਗਾ। ਤਾਂ ਹੁਣ ਇੱਕ ਵਾਰ ਫਿਰ ਚਰਚਾ ਦਾ ਵਿਸ਼ਾ ਬਣ ਰਿਹਾ ਹੈ ਅਮਨਦੀਪ ਜਿਹੜਾ ਅਮਨਦੀਪ ਹਸਪੀਟਲ ਹੈ, ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਅਮਨਦੀਪ ਮੈਡੀਸਿਟੀ, ਜਿੱਥੇ ਕਿ ਇੱਕ ਮਰੀਜ਼ ਨੂੰ ਦਾਖਲ ਕਰਾਇਆ ਜਾਂਦਾ ਹੈ ਔਰ 10 ਦਿਨ ਉਸ ਮਰੀਜ਼ ਨੂੰ ਇੱਥੇ ਦਾਖਲੇ ਤੋਂ ਬਾਅਦ ਹੀ ਛੁੱਟੀ ਦਿੱਤੀ ਜਾਂਦੀ ਹੈ, ਔਰ ਬਿੱਲ ਬਣਦਾ 2.5 ਲੱਖ ਰੁਪਏ ਦਾ, ਜਦ ਕਿ ਹਾਲੇ ਤੱਕ ਕੋਵਿਡ-19 ਦਾ ਕੋਈ ਵੀ ਇਲਾਜ ਜਿਹੜਾ ਉਹ ਮੁਹੱਈਆ ਨਹੀਂ ਹੈ। ਇੱਕ ਵੈਕਸੀਨੇਸ਼ਨ ਜ਼ਰੂਰ ਆਈ ਹੈ, ਉਹ ਕਿਉਰੇਬਲ ਹੈ, ਤੇ ਇਹਨਾਂ ਦਾ ਇਹੀ ਆਖਣਾ ਹੈ ਵੀ ਉਹਨਾਂ ਨਾਲ ਧੋਖਾਧੜੀ ਕੀਤੀ ਗਈ ਹੈ, ਕਿਉਂਕਿ ਜਦੋਂ ਉਹਨਾਂ ਨੇ ਲੈਬ ਤੋਂ ਟੈਸਟ ਕਰਵਾਇਆ ਸੀਗਾ ਤਾਂ ਉਹ ਨੈਗੇਟਿਵ ਆਉਂਦਾ ਹੈ, ਔਰ ਪਰ ਜਦੋਂ ਹਸਪੀਟਲ ਵੱਲੋਂ ਇੱਕ ਰਣਬੈਕਸੀ ਲੈਬ ਤੋਂ ਟੈਸਟ ਕਰਾਇਆ ਜਾਂਦਾ ਸੀ ਤਾਂ ਉਹ ਪੋਜ਼ਿਟਿਵ ਆਉਂਦਾ ਹੈ, ਔਰ ਇਹ ਪੋਜ਼ਿਟਿਵ ਨੈਗੇਟਿਵ ਦਾ ਖੇਡ ਪਹਿਲਾਂ ਵੀ ਇੱਥੇ ਖੇਡਿਆ ਜਾ ਚੁੱਕਿਆ ਹੈ, ਔਰ ਲਗਾਤਾਰ ਲੋਕਾਂ ਦਾ ਆਰਥਿਕ ਸ਼ੋਸ਼ਣ ਹੋ ਰਿਹਾ, ਕਿਉਂਕਿ ਲੋਕ ਡਾਕਟਰਾਂ ਨੂੰ ਰੱਬ ਦਾ ਰੂਪ ਮੰਨਦੇ ਨੇ, ਪਰ ਕਿਤੇ ਨਾ ਕਿਤੇ ਕੁਝ ਜਿਹੜੇ ਲਾਲਚੀ ਡਾਕਟਰ ਨੇ ਉਹ ਪੇਸ਼ੇ ਨੂੰ ਬਦਨਾਮ ਵੀ ਕਰ ਰਹੇ ਨੇ। ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਅਮਨਦੀਪ ਹਸਪੀਟਲ ਦੇ ਡਾਕਟਰਸ ਨਾਲ, ਉਹਨਾਂ ਦਾ ਇਸ ਬਾਰੇ ਕੀ ਆਖਣਾ ਹੈ। ਜਦੋਂ ਇਸ ਸੰਬੰਧੀ ਹਸਪਤਾਲ ਵਾਲਿਆਂ ਨਾਲ ਗੱਲ ਕਰਨੀ ਚਾਹੀ ਤਾਂ ਉਹਨਾਂ ਦਾ ਕਹਿਣਾ ਸੀ ਕਿ ਇਸ ਸੰਬੰਧੀ ਡਾਕਟਰ ਕੱਲ ਨੂੰ ਹੀ ਗੱਲ ਕਰਨਗੇ। ਅੰਮ੍ਰਿਤਸਰ ਤੋਂ ਸਿਕੰਦਰ ਪਸਰੀਚਾ ਦੀ ਰਿਪੋਰਟ। ऑल वर्ल्ड ओपन चैलेंज 17-टाइम गोल्ड मेडलिस्ट मियां रफीक मोहम्मद, पंडित, मौलवी, बेगम, तांत्रिक, इन्हां चोरा ठग्गां तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटियां विच समाधान। फ्री 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 मियां रफीक मोहम्मद। मोबाइल 84 374 94 647 84 374 94 648।